ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਨਕ ਮੋਤੀ ਨਾਮ ਪ੍ਰਭ, ਓਨ ਲੱਗੈ ਨਾਹੀ ਸੰਨ। ਰੰਗ ਸਭੇ ਨਰਾਇਣ, ਜੇਤੇ ਮਨ ਭਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਆਪਨ ਲੀਆ ਜੇ ਮਿਲੈ, ਵਿਛੜ ਕਿਉ ਰਵੰਨ। ਸਾਧੂ ਸੰਗ ਪ੍ਰਾਪਤੀ, ਨਾਨਕ ਰੰਗ ਮਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਸਾਧੂ ਸੰਗ ਪ੍ਰਾਪਤੀ, ਨਾਨਕ ਰੰਗ ਮਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰ ਨਾਜ਼ਰ ਪ੍ਰਤੱਖ ਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ, ਗਿਆਨ ਦੇ ਸਾਗਰ,
ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ ਜੁਗੋ ਜੁਗ ਅਟਲ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ। ਰਸਨਾ ਕਰੀਏ ਪਵਿੱਤਰ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਜੇਠ ਦੀ ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮ, ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਸੁਣਨ ਵਾਸਤੇ ਇਕੱਤਰ ਹੋਏ ਹਾਂ। ਜੋ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮਹੀਨੇ ਦੇ ਪਰਥਾਏ ਗੁਰਬਾਣੀ ਦੇ ਅੰਦਰ ਅੰਕਿਤ ਕੀਤਾ ਹੈ, ਉਸ ਹੁਕਮ ਦੀ ਵਿਚਾਰ ਦੇ ਨਾਲ ਜੁੜਨ ਦੇ ਲਈ ਸਤ ਸੰਗਤ ਜੀ ਇਕਾਗਰਤਾ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸੁਰਤ ਦੀਆਂ ਝੋਲੀਆਂ ਬਣਾ ਕਰਕੇ ਆਪਾਂ ਆਪਣੀ ਝੋਲੀ ਦੇ ਵਿੱਚ ਪਵਾਉਣਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਵਰਤਾਈ ਹੈ। ਸਤ ਸੰਗਤ ਜੀ, ਕਿਰਪਾ ਤੇ ਕਿਰਪਾ ਕੀ ਹੈ ਕਿ ਬਾਣੀ ਸ਼ਬਦ ਸਾਨੂੰ ਬਖਸ਼ ਦਿੱਤਾ ਹੈ। ਸਾਨੂੰ ਬਾਣੀ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਇੱਕ ਮੌਕਾ ਬਖਸ਼ਿਆ ਹੈ, ਜਿਸ ਸਮੇਂ ਦੀ ਸੰਭਾਲ ਕਰਕੇ ਅਸੀਂ ਆਪਣੇ ਜੀਵਨ ਸੰਗਰਾਮ ਦੇ ਵਿੱਚ ਅਧਿਆਤਮਕ ਤਰੱਕੀ ਅਤੇ ਸਮਾਜਿਕ ਤਰੱਕੀ ਦੋਵਾਂ ਦੇ ਧਾਰਨੀ ਹੋ ਸਕਦੇ ਹਾਂ। ਸਤ ਸੰਗਤ ਜੀ, ਜੋ ਕਿ ਸਾਰੀ ਹੀ ਸੰਗਤ ਸਾਰੇ ਹੀ ਗੁਰੂ ਘਰਾਂ ਦੇ ਅੰਦਰ ਸੰਗਰਾਂਦ ਵਾਲੇ ਦਿਨ ਜੁੜਦੀ ਹੈ, ਇਹ ਮਰਿਆਦਾ ਪੁਰਾਤਨ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਬਖਸ਼ੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ 12 ਮਾਹ ਦਰਜ ਹਨ। ਇੱਕ 12 ਮਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਦੇ ਹਨ। ਦੂਸਰੀ 12 ਮਾਹ ਦਾ ਉਚਾਰਨ ਉਹੀ ਜੋਤ ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਪੰਜਵੇਂ ਸਰੂਪ ਦੇ ਅੰਦਰ ਕਰ ਰਹੀ ਹੈ, ਜੋ ਕਿ ਮਾਝ ਰਾਗ ਦੇ ਅੰਦਰ 12 ਮਾਹ ਦਾ ਉਪਦੇਸ਼ ਸਤਿਗੁਰੂ ਜੀ ਬਖਸ਼ਦੇ ਹਨ। ਸਤ ਸੰਗਤ ਜੀ, ਸ੍ਰੀ ਮੰਜੀ ਸਾਹਿਬ ਜਿੱਥੇ ਕਿ ਸੰਗਮਰਮਰ ਦਾ ਇੱਕ ਥੜਾ ਅਜੇ ਵੀ ਮੌਜੂਦ ਹੈ, ਉਸ ਥੜੇ ਦੇ ਉੱਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੈਠ ਕਰਕੇ ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥੇ, ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਨਿਮਰਤਾ ਦੇ ਪੁੰਜ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਹਨ। ਸਤ ਸੰਗਤ ਜੀ, ਪਹਿਲਾਂ ਗੁਰੂ ਘਰ ਇੱਕ ਪੰਡਤ ਆ ਕਰਕੇ ਕਥਾ ਵਿਚਾਰ ਕਰਿਆ ਕਰਦਾ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ, ਸੰਗਤਾਂ ਦੇ ਸਨਮੁਖ ਉਪਦੇਸ਼ ਕਥਾ ਕਰਨ ਦਾ ਜੋ ਸਮਾਂ ਹੈ ਮੈਨੂੰ ਬਖਸ਼ਿਆ ਤਾਂ ਜਾਵੇ, ਤਾਂ ਜੋ ਸੰਗਤਾਂ ਦੇ ਪਾਸੋਂ ਬਖਸ਼ਿਸ਼ ਪ੍ਰਾਪਤ ਕਰਕੇ ਮੈਂ ਆਪਣੀ ਉਪਜੀਵਕਾ ਚਲਾ ਸਕਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ। ਕੁਝ ਸਮਾਂ ਬੀਤਿਆ ਤੇ ਮਾਇਆ ਜਾਦੀ ਆਉਣ ਕਰਕੇ ਇਹਦੀ ਮੱਤ ਤੇ ਪੜਦਾ ਪਿਆ। ਇਸ ਨੇ ਗੁਰੂ ਘਰ ਆ ਕਰਕੇ ਕਥਾ ਵਿਚਾਰ ਕਰਨ ਤੋਂ ਨਾ ਕਰ ਦਿੱਤੀ। ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਭਾਈ ਗੁਰਦਾਸ ਜੀ ਆਦਿਕ ਇਸ ਨੂੰ ਸਮਝਾਉਂਦੇ ਹਨ, ਪਰ ਇਹ ਸਮਝਿਆ ਨਹੀਂ। ਫਿਰ ਸਤਿਗੁਰਾਂ ਜੀ ਦੇ ਸਨਮੁਖ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਹੈ, ਗਲ ਵਿੱਚ ਪੱਲਾ ਪਾ ਕਰਕੇ, ਕਿ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਕਿਰਪਾ ਕਰੋ, ਆਪ ਹੀ ਸਾਨੂੰ ਪਵਿੱਤਰ ਹੁਕਮ ਬਖਸ਼ ਕਰਕੇ ਸਿੱਧੇ ਰਸਤੇ ਦੇ ਉੱਤੇ ਤੁਰਨ ਦੀ ਆਗਿਆ ਬਖਸ਼ੋ। ਸਤ ਸੰਗਤ ਜੀ, ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਪਹਿਲੇ ਸਰੂਪ ਦੇ ਅੰਦਰ ਤੁਖਾਰੀ ਰਾਗ ਦੇ ਅੰਦਰ 12 ਮਾਹ ਦਰਜ ਹੈ, ਉਸ ਦੇ ਨਾਲ ਹੀ ਜੁੜਿਆ ਜਾਵੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਬਾਣੀ ਮਹਿੰਗੀ ਹੋਣ ਕਰਕੇ ਆਮ ਜੀਵ ਛੇਤੀ ਸਮਝ ਨਹੀਂ ਪਾਉਂਦੇ, ਇਸ ਕਰਕੇ ਤੁਸੀਂ ਉਸੇ ਹੀ ਬਾਣੀ ਦਾ ਆਪ ਟੀਕਾ ਕਰਕੇ ਸੁਖੈਨ ਭਾਸ਼ਾ ਦੇ ਵਿੱਚ ਬਖਸ਼ਿਸ਼ ਕਰ ਦਿਓ, ਤਾਂ ਜੋ ਸਾਨੂੰ ਕਿਸੇ ਦੇ ਧਾਰੀ ਦਾ ਤਰਲਾ ਨਾ ਲੈਣਾ ਪਵੇ। ਅਸੀਂ ਬਾਣੀ ਨੂੰ ਪੜ੍ਹ ਕਰਕੇ ਵਿਚਾਰ ਕਰਕੇ ਉਸ ਦੇ ਉੱਤੇ ਚੱਲ ਕਰਕੇ ਆਪਣੇ ਜੀਵਨ ਸੰਗਰਾਮ ਦੇ ਵਿੱਚ, ਅਧਿਆਤਮਕ ਪੱਖ ਦੇ ਵਿੱਚ, ਸਮਾਜਿਕ ਪੱਖ ਦੇ ਵਿੱਚ ਸਫਲਤਾ ਦੇ ਧਾਰਨੀ ਹੋ ਸਕੀਏ। ਸੋ ਸੰਗਤ ਜੀ, ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਰ ਮਹੀਨੇ ਦੇ ਪ੍ਰਥਾਏ ਕਿਰਪਾ ਵਰਤਾਉਂਦੇ ਹਨ, ਜਿਸ ਬਖਸ਼ਿਸ਼ ਦੇ ਨਾਲ ਆਪਾਂ ਹਰ ਸੰਗਰਾਂਦ ਵਾਲੇ ਦਿਨ ਜੁੜਦੇ ਹਾਂ। ਸਤ ਸੰਗਤ ਜੀ, ਸੰਗਰਾਂਦ ਸ਼ਬਦ ਸੰਕਰਾਂਤ ਤੋਂ ਬਣਿਆ ਹੈ। ਸੂਰਜ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਮੌਸਮ ਦੇ ਅੰਦਰ ਭਲੀ ਭਾਂਤ ਤਬਦੀਲੀ ਹੁੰਦੀ ਹੈ। ਉਸ ਤਬਦੀਲੀ ਨੂੰ ਸੰਕਰਾਂਤ ਦਾ ਨਾਮ ਦਿੱਤਾ ਗਿਆ। ਹੌਲੀ ਹੌਲੀ ਇਹ ਸ਼ਬਦ ਬਦਲ ਕੇ ਸੰਗਰਾਂਦ ਬਣ ਗਿਆ ਹੈ। ਕਈ ਵੀਰ ਕਹਿੰਦੇ ਹਨ ਕਿ ਭਾਈ ਸੰਗਰਾਂਦਾਂ ਮਨਾਉਣੀਆਂ ਪਖੰਡ ਹੈ, ਕੀ ਲੋੜ ਹੈ ਸੰਗਰਾਂਦ ਮਨਾਉਣ ਦੀ। ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਗੁਰਮੁਖੋ, ਜਿਸ ਮਹੀਨੇ ਦੀ ਆਰੰਭਤਾ ਕਿਸੇ ਦੇਹਧਾਰੀ ਦੇ ਨਾਲ ਜੁੜ ਕੇ ਹੋਵੇ ਉਹ ਪਖੰਡ ਹੈ। ਜਿਸ ਮਹੀਨੇ ਦੀ ਆਰੰਭਤਾ ਕਿਸੇ ਮੜੀ ਮਸਾਣੀ ਦੇ ਨਾਲ, ਜਾਦੂ ਟੂਣੇ ਵਾਲੇ ਦੇ ਨਾਲ ਜੁੜ ਕਰਕੇ ਹੋਵੇ ਉਹ ਪਖੰਡ ਹੈ।
ਪਰ ਗੁਰਮੁਖੋ, ਜਿਸ ਦਿਨ ਦਾ ਆਰੰਭ ਦੀਨ ਦੁਨੀਆ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਨਾਲ ਹੋਇਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਹੋਇਆ, ਉਹ ਕਿੱਦਾਂ ਪਖੰਡ ਹੋ ਗਿਆ। ਸੋ ਭਾਈ ਸੰਗਤ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਗੁਰਮੁਖੋ ਪਖੰਡ ਹੈ, ਸਗੋਂ ਪ੍ਰੇਮ ਦੇ ਨਾਲ ਸਮਝਾਈਏ ਕਿ ਗੁਰੂ ਪਿਆਰਿਓ, ਵੱਡੇ ਭਾਗਾਂ ਵਾਲੇ ਹਾਂ, ਗੁਰੂ ਘਰ ਆ ਕਰਕੇ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਜੀ ਦੇ ਸਨਮੁਖ ਤਰਲਾ ਲਈਏ, ਸੱਚੇ ਪਾਤਸ਼ਾਹ ਕਿਰਪਾ ਕਰੋ। ਜਿਸ ਦਿਨ ਸਾਨੂੰ ਸੰਗਰਾਂਦ ਵਾਲੇ ਦਿਨ ਉਦਮ ਬਖਸ਼ਿਆ ਹੈ ਨਾ, ਜਿਸ ਦਿਨ ਸਾਡੇ ਤੇ ਸੰਗਰਾਂਦ ਵਾਲੇ ਦਿਨ ਕਿਰਪਾ ਕੀਤੀ ਹੈ ਨਾ, ਸੱਚੇ ਪਾਤਸ਼ਾਹ ਕਿਰਪਾ ਕਰਦੇ ਅਸੀਂ ਸਾਰਾ ਮਹੀਨਾ ਆਪ ਜੀ ਦੇ ਦਰਸ਼ਨ ਕਰੀਏ। ਸੱਚੇ ਪਾਤਸ਼ਾਹ ਤਰਸ ਕਰ, ਅਸੀਂ ਹਰ ਰੋਜ਼ ਬਾਣੀ ਦੇ ਨਾਲ, ਨਿਤਨੇਮ ਦੇ ਨਾਲ, ਸਿਮਰਨ ਦੇ ਨਾਲ ਜੁੜ ਜਾਈਏ। ਇਹ ਮੰਗ ਮੰਗਿਆ ਕਰੀਏ ਭਾਈ। ਜਿਸ ਦਿਨ ਇਹਨਾਂ ਬਖਸ਼ਿਸ਼ਾਂ ਦੇ ਧਾਰਨੀ ਹੋ ਗਏ, ਉਸ ਦਿਨ ਸਾਡੀਆਂ ਮਨਾਈਆਂ ਹੋਈਆਂ ਸੰਗਰਾਂਦਾਂ ਸਫਲੀਆਂ ਹਨ। ਸੋ ਸੰਗਤ ਜੀ, ਹੁਣ ਆਪਾਂ ਜੋ ਹੁਕਮ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਦੇ ਹਨ, ਉਸ ਦੀ ਸੂਖਮ ਮਾਤਰ ਵਿਚਾਰ ਦੇ ਨਾਲ ਜੁੜਨਾ ਕਰੀਏ। ਸਾਰੀ ਸੰਗਤ ਕਰੋ ਜੀ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਸਤਸੰਗਤ ਜੀ, ਜੁੜਨਾ ਜ਼ਰੂਰੀ ਹੈ। ਜੁੜਨਾ ਜ਼ਰੂਰੀ ਹੈ ਤੇ ਜੁੜੀਏ ਕਿਹਦੇ ਨਾਲ? ਇਹ ਵੀ ਵਿਵੇਕ ਬੁੱਧ ਵਰਤਣੀ ਜ਼ਰੂਰੀ ਹੈ। ਅਕਾਲ ਪੁਰਖ ਪ੍ਰਮਾਤਮਾ ਪ੍ਰਭੂ ਦੇ ਨਾਲ ਜੁੜਨਾ ਹੈ। ਹਰ ਜੇਠ ਜੋ ਵੱਡਾ ਹੈ, ਜੋ ਉੱਚਾ ਹੈ, ਇੱਕ ਅਕਾਲ ਪੁਰਖ ਪ੍ਰਮਾਤਮਾ ਨਿਰੰਕਾਰ, ਉਹਦੇ ਨਾਲ ਜੁੜਨਾ ਲੋੜੀਏ। ਸਾਡੇ ਮਨ ਦੇ ਵਿੱਚ ਤਾਂਘ ਹੋਵੇ ਕਿ ਅਸੀਂ ਪ੍ਰਮਾਤਮਾ ਦੇ ਨਾਲ ਜੁੜਨਾ ਹੈ, ਜਿਸ ਦੇ ਅੱਗੇ ਸਾਰੇ ਨਿਉਂਦੇ ਹਨ, ਜਿਸ ਦੇ ਪਾਸੋਂ ਸਾਰੇ ਦਾਤਾ ਮੰਗਦੇ ਹਨ, ਜਿਸ ਦੇ ਦਰ ਤੇ ਆ ਕਰਕੇ ਕਹਿੰਦੇ ਹਨ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਜੁੜਨਾ ਕਿਉਂ ਜ਼ਰੂਰੀ ਹੈ? ਅੱਜ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਕਿ ਭਾਈ ਸਾਡੇ ਮਨ ਦੀ ਭਾਵਨੀ ਹੋਵੇ ਕਿ ਅਸੀਂ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜ ਜਾਈਏ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਜੁੜ ਜਾਈਏ ਪ੍ਰਮਾਤਮਾ ਦੇ ਨਾਲ। ਕਿਉਂ ਜੁੜਨਾ ਹੈ? ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਹਰ ਸਿਉ ਜੁਰੈ ਤਾਂ ਸਭ ਕੋ ਮੀਤ। ਇਹ ਬਖਸ਼ਿਸ਼ਾਂ ਹਨ ਸਤਸੰਗ ਜੀ ਜੁੜਨ ਦੀਆਂ। ਜਿਹੜਾ ਹਰੀ ਪ੍ਰਮਾਤਮਾ ਦੇ ਨਾਲ ਜੁੜ ਗਿਆ ਨਾ, ਉਹ ਸਾਰਿਆਂ ਦਾ ਮਿੱਤਰ ਹੈ ਤੇ ਉਹਦੇ ਲਈ ਸਾਰੇ ਮਿੱਤਰ ਹਨ। ਉਹਦੇ ਲਈ ਕੋਈ ਦੁਸ਼ਮਣ ਨਹੀਂ ਰਿਹਾ ਸਤਸੰਗਤ ਜੀ ਜਿਹੜਾ ਜੁੜ ਗਿਆ। ਜੇ ਅਜੇ ਸਾਡੇ ਮਨ ਦੇ ਵਿੱਚ ਈਰਖਾ ਆ ਨਾ ਕਿ ਉਹ ਮੇਰਾ ਨਹੀਂ, ਮੇਰੀ ਉਹਦੇ ਨਾਲ ਬਣਦੀ ਨਹੀਂ, ਉਹ ਮੈਨੂੰ ਚੰਗਾ ਨਹੀਂ ਲੱਗਦਾ, ਉਹਦੀ ਜਾਤ ਹੋਰ ਹੈ, ਉਹ ਤੇ ਨੀਵਾਂ ਹੈ, ਮੈਂ ਉੱਚਾ ਹਾਂ, ਇਹੋ ਜਿਹੇ ਵਿਚਾਰ ਜੇ ਮਨ ਦੇ ਵਿੱਚ ਲਈ ਫਿਰਦੇ ਆ ਨਾ, ਤੇ ਅਜੇ
जुड़े नहीं। जिस दिन जुड़ गए हार स्यों जुरै तां सब को मीत। जब ते साध संगत मोहे पाई, बिसर गई सब तात पराई। ना को बैरी नहीं को बगाना, सगल संग हमको बनाई। कोई वैरी नहीं रहा, कोई बेगाना नहीं रहा, क्योंकि हरि परमात्मा दे नाल जुड़ गए। जुड़ना असल दे विच परमात्मा दा नाम बाणी साडे हिरदे च वस जाणी। सतगुरु सच्चे पातशाह जी दे बख्शे हुए गुणां दे असीं धारनी हो जाइए। जुड़ना है ते जिस दिन जुड़ गए हर स्यों जुरै तां सब को मीत। हर स्यों जुरै तां निहचल चीत। डोलदे फिरदे आ ना दर दर ते, भटकदे फिरदे आ। इथों गल नहीं बनी उथे, उथों नहीं बनी गां फिर उथे। नवें तू नवा बाबा, नवें तू नवा डेरा, नवें तू नवा साधु। नहीं भाई, निहचल चित नहीं होया अजे डोलदे हां। अडोल अवस्था दी प्राप्ति नहीं होई। जिस दिन जुड़ गए फिर डोलांगे नहीं। फिर कवांगे मनु कवांगे, सगल द्वार को छाड़ के गहियो तुहारो द्वार। बाहे गहे की लाज अस, गोबिंद दास तुहार। निहचल चीत, चित हिरदा निहचल हो जावेगा। ये जुड़न दी निशानी है। जुड़ना क्यों जरूरी है? क्यों साडे मन च तांग होवे? हर जेठ जुड़न दा लोड़ी है। सतगुरु जी समझाउंदे हन भाई कि अज दे महीने वाले दिन साडे मन दे विच ये इच्छा पैदा हो जानी चाहिदी है कि मैं भी परमात्मा दे नाल जुड़ जावां। हर एक प्राणी मात्र दे अंदर, हर एक गुरु दा प्यारा कवे कि मैं क्यों नहीं अजे जुड़िया भाई, मैं क्यों नहीं अजे गुरु वाला बनिया। बनना चाहिदा है। मैं इन्ना समा, इन्ने सवास, इन्नी उम्र अपनी व्यर्थ नगा लई। अजे खंडे बाटे दी पौड़ी नहीं छकी, छक लैनी चाहिदी है। हर स्यों जुरे ना व्यापे काड़ा। गुरमुखो दुख चले जाणगे, हिरदे दा साड़ा खत्म हो जावेगा। जेड़ा विकारां दे विच फस के हमेशा कड़दा रहिंदा है, साडा हिरदा ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਪਕੜ ਦੇ ਵਿੱਚ ਆ ਕੇ ਕੜਦਾ ਰਹਿੰਦਾ ਹੈ, ਉਹ ਹੁਣ ਕੜੇਗਾ ਨਹੀਂ। ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ। ਹਰੀ ਪਰਮਾਤਮਾ ਦੇ ਨਾਲ ਜੁੜ ਕਰਕੇ ਨਿਸਤਾਰਾ ਹੈ, ਪਾਰ ਉਤਾਰਾ ਹੈ। ਜੁੜਨਾ ਪਵੇਗਾ ਤਾਂ। ਰੇ ਮਨ ਮੇਰੇ ਤੂੰ ਹਰ ਸਿਉ ਜੋਰ। हे मेरे मना ढिल ना कर। हर जेठ जुड़न दा लोड़ी है, जिस अगे सब निवन्न। मेरे मना ढिल ना कर, प्रभु परमात्मा दे नाल जुड़ जा। गुरमुखो गुरु घर आए हाँ, मन नू समझाइए मना। जुड़ जा एक अकाल पुरख परमात्मा दे नाल। रे मन मेरे तू हर स्यों जोर। क्यों? क्योंकि काज तुहारै नाही होर। होर तेरे कारज व्यर्थ, अवर काज तेरे किते ना काम। मिल साध संगत भज, केवल नाम हर जेठ जुड़ंदा लोड़ी है। ये साडे मन दी तांग होवे, इच्छा होवे कि उस अकाल पुरख परमात्मा दे नाल जुड़ जाइए। सत संगत जी, जिस दे नाल जुड़िया बख्शिशां मिलदियां हन। गुरमुखो धरू भगत जुड़िया, दुनियावी राज भी मिल गया, अटल पदवी दी प्राप्ति भी हो गई। ये जुड़न दियां बख्शिशां हन। इस करके अज जेठ दे महीने वाले दिन अपने मन दी ये चितवनी बनाइए कि मना तू भी गुरु वाला बन। गुरमुखा जे अजे जुड़ना शुरू नहीं ना कीता, वाहिगुरु गुर मंत्र जपना शुरू नहीं कीता ते जप। जपजी साहब जी दे नाल नहीं ना जुड़िया ते जुड़ जा। बाणी पढ़नी आरंभ कर दे। क्योंकि हर सज्जन दावण लगिया, किसे ना देई बन।
ਬੰਧਨਾਂ ਤੋਂ ਮੁਕਤੀ ਹੈ ਪ੍ਰਭੂ ਪਰਮਾਤਮਾ ਦੇ ਪੱਲੇ ਦੇ ਨਾਲ ਲੱਗਣ ਦੇ ਕਰਕੇ। ਬਾਣੀ ਸ਼ਬਦ ਦਾ ਪੱਲਾ ਫੜ ਲੈ ਗੁਰਮੁਖਾ, ਵਿਕਾਰਾਂ ਦੇ ਬੰਧਨਾਂ ਤੋਂ ਬਚ ਜਾਵੇਂਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨਾਂ ਤੋਂ ਬਚ ਜਾਵੇਂਗਾ। ਪੱਲਾ ਫੜ ਸ਼ਬਦ ਗੁਰੂ ਦਾ, ਬਾਣੀ ਦਾ ਪੱਲਾ ਫੜ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਹਰੀ ਪਰਮਾਤਮਾ ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜਾ ਵਰਨਾ ਕੋਏ। ਪੋਥੀ ਪਰਮੇਸ਼ਰ ਕਾ ਥਾਨ। ਬਾਣੀ ਦੇ ਨਾਲ ਜੁੜ ਗੁਰਮੁਖਾ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਤੇਰੇ ਅੰਤਰੀਵ ਰੂਪੀ ਸਾਰੇ ਬੰਧਨ ਖਤਮ ਹੋ ਜਾਣਗੇ। ਲੱਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਲੱਖਾਂ ਕਰੋੜਾਂ ਬੰਧਨਾਂ ਤੋਂ ਮੁਕਤੀ ਮਿਲ ਜਾਵੇਗੀ ਤੈਨੂੰ ਗੁਰੂ ਦਿਆ ਪਿਆਰਿਆ, ਤੇ ਬਾਹਰ ਮੁਖੀ ਵੀ ਮੁਕਤ ਹੋਵੇਗਾ। ਬਾਰੀ ਬੰਧਨ ਵੀ ਪੈਂਦੇ ਹਨ, ਪੜਦੇ ਹਨ ਇਤਿਹਾਸ ਦੇ ਵਿੱਚ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਸਤਿਗੁਰੂ ਜੀ ਦੇ ਪੱਲੇ ਦੇ ਨਾਲ ਹਰ ਸੱਜਣ ਦਾਵਣ ਲੱਗਿਆ। ਰਾਜੇ ਜੁੜ ਗਏ, ਤਰਲਾ ਲਿਆ ਤੇ ਬੰਧਨ ਮੁਕਤ ਹੋ ਗਏ। ਸਤ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਰ ਦੇ ਬੰਦੀ ਖਾਨੇ ਦੇ ਵਿੱਚ ਜਾਂਦੇ ਹਨ। ਪੱਲੇ ਦੇ ਨਾਲ ਜੁੜ ਗਏ, ਸ਼ਰਨ ਦੇ ਵਿੱਚ ਆ ਗਏ, ਸਾਰੇ ਕੈਦੀ ਮੁਕਤ ਹੋ ਗਏ। ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਰਿਹਾ। ਇਹ ਬਖਸ਼ਿਸ਼ ਹੈ। ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਪੂਨੇ ਸਿਤਾਰੇ ਦੀ ਜੇਲ੍ਹ ਦੇ ਵਿੱਚੋਂ ਬਾਲਾ ਜੀ ਰਾਓ ਅਤੇ ਰੁਸਤਮ ਰਾਓ ਜਿਨ੍ਹਾਂ ਨੇ ਤਰਲਾ ਲਿਆ ਸੀ, ਤਰਲਾ ਸੱਚੇ ਪਾਤਸ਼ਾਹ ਕਰ ਕਿਰਪਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਰੰਤਰ ਜਾਪ ਕਰਿਆ ਕਰਦੇ ਸਨ। ਸੰਗਤ ਜੀ, ਨਿਰੰਤਰ ਜਾਪ ਕਰਨਾ ਸ੍ਰੀ ਸੁਖਮਨੀ ਸਾਹਿਬ ਜੀ ਦਾ। ਇੱਕ ਗੁਰੂ ਦੇ ਪਿਆਰੇ ਨੇ ਜਾਪ ਕਰਨਾ, ਦੂਸਰੇ ਨੇ ਥੋੜਾ ਬਹੁਤ ਆਰਾਮ ਕਰ ਲੈਣਾ ਤੇ ਭਾਈ ਫਿਰ ਉਹਨੇ ਕਰਨਾ। ਨਿਰੰਤਰ ਜਾਪ ਆਰੰਭ ਰੱਖਿਆ ਸੀਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਘੋੜੇ ਤੇ ਆ ਕੇ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਗਏ। ਸਾਰੇ ਬੰਧਨ ਤੋੜ ਦਿੱਤੇ ਉਹਨਾਂ ਦੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਕੋਈ ਨਹੀਂ ਜੇ ਬੰਧਨ ਪਾ ਸਕਦਾ, ਪਰ ਪੱਲਾ ਪ੍ਰਭੂ ਪਰਮਾਤਮਾ ਦਾ ਫੜਨਾ ਪਵੇਗਾ। ਜੇਠ ਦੇ ਮਹੀਨੇ ਦੀ ਸਿੱਖਿਆ ਹੈ ਗੁਰਮੁਖੋ, ਤੇ ਹਮੇਸ਼ਾ ਪੱਲੇ ਦੇ ਨਾਲ ਬੰਨਣੀ ਹੈ। ਇਸ ਸਿੱਖਿਆ ਦੇ ਕਰਕੇ ਗੁਰੂ ਦੇ ਨਾਲ ਜੁੜਨਾ ਹੈ। ਸਤਿਗੁਰੂ ਜੀ ਦੇ ਸਨਮੁਖ ਆਏ ਹਾਂ, ਉਪਦੇਸ਼ ਨੂੰ ਸੁਣ ਰਹੇ ਹਾਂ। ਕਿਉਂ ਸੁਣਦੇ ਹਾਂ? ਕਿ ਸਾਡੀ ਟੁੱਟੀ ਗੰਢੀ ਜਾਵੇ। ਅਸੀਂ ਟੁੱਟੇ ਹੋਏ ਹਾਂ, ਵਿਛੜੇ ਹੋਏ ਹਾਂ ਪ੍ਰਮਾਤਮਾ ਦੇ ਨਾਲੋਂ। ਸਾਡਾ ਪ੍ਰੇਮ ਬਣ ਜਾਵੇ ਤੇ ਅਸੀਂ ਵੀ ਪ੍ਰਮਾਤਮਾ ਦੇ ਪੱਲੇ ਦੇ ਨਾਲ ਲੱਗ ਕਰਕੇ ਬੰਧਨਾਂ ਤੋਂ ਮੁਕਤ ਹੋਈਏ। ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਨਾਮ ਐਸਾ ਮਾਨਕ ਮੋਤੀ ਹੈ, ਪ੍ਰਭੂ ਪਰਮਾਤਮਾ ਦਾ ਨਾਮ, ਜਿਹਨੂੰ ਸੰਨ ਨਹੀਂ ਲੱਗ ਸਕਦੀ। ਸਤ ਸੰਗਤ ਜੀ, ਇਹਦੀ ਕਮਾਈ ਕੀਤੀ ਹੋਈ ਨੂੰ ਕੋਈ ਚੋਰੀ ਨਹੀਂ ਜੇ ਕਰ ਸਕਦਾ, ਕੋਈ ਡਾਕਾ ਨਹੀਂ ਜੇ ਮਾਰ ਸਕਦਾ, ਕੋਈ ਖੋ ਨਹੀਂ ਜੇ ਸਕਦਾ। ਇਹ ਤੇ ਐਸੀ ਬਖਸ਼ਿਸ਼ ਹੈ। ਹਰ ਧਨ ਕੋ ਉਚੱਕਾ ਨੇੜ ਨਾ ਆਵਈ, ਜਮ ਜਗਾਤੀ ਡੰਡ ਨਾ ਲਗਾਈ। ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਇਹ ਵਿਖਿਆ ਦਾ ਧਨ ਤੇ ਇੱਥੇ ਰਹਿ ਜਾਣਾ ਭਾਈ। ਇਹ ਨਹੀਂ ਜੇ ਨਾਲ ਜਾਣਾ, ਲੁੱਟਿਆ ਜਾਣਾ ਹੈ। ਪਰ ਇਹ ਨਾਮ ਦਾ ਧਨ ਜਮ ਜਗਾਤੀ ਡੰਡ ਨਾ ਲਗਾਈ। ਜਮਾਂ ਦੇ ਡੰਡਾਂ ਤੂੰ ਵੀ ਬਚਾਵੇਗਾ, ਜਮਾਂ ਦੀਆਂ ਸੰਜਾਵਾਂ ਤੂੰ ਵੀ ਬਚਾਵੇਗਾ। ਪਰ ਹੋਵੇ ਸਾਡੇ ਕੋਲ ਤੇ ਤਾਂ ਹੀ ਨਾ। ਮਾਨਕ ਮੋਤੀ ਨਾਮ ਪ੍ਰਭੂ ਨ ਲੱਗੇ ਨਾਹੀ ਸੰਨ। ਜਦੋਂ ਵੀ ਸਮਾਂ ਮਿਲੇ ਇਹਨੂੰ ਜ਼ਰੂਰ ਇਕੱਤਰ ਕਰਿਆ ਕਰੋ। ਰੰਗ ਸਭੇ ਨਰਾਇਣ ਜੇਤੇ ਮਨ ਭਵਨ। ਨਰਾਇਣ ਅਕਾਲ ਪੁਰਖ ਪਰਮਾਤਮਾ, ਜਿਸ ਦੇ ਕੋਲ ਹਨੇਰ ਨਹੀਂ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਜਾਲਾ ਹੀ ਉਜਾਲਾ ਹੈ। ਅਗਿਆਨ ਨਹੀਂ ਹੈ, ਗਿਆਨ ਹੀ ਗਿਆਨ ਹੈ। ਨਰਾਇਣ
ਉਹਦੇ ਨਾਲ ਜੁੜਦੇ ਹਨ। ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ। ਸਾਧ ਸੰਗਤ ਜੀ, ਫਿਰ ਪਰਮਾਤਮਾ ਦੇ ਰੰਗ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਹਨ, ਜਾਂ ਉਹਨਾਂ ਮਾਣੇ ਹੋਏ ਰੰਗਾਂ 'ਚ ਹੀ ਆਨੰਦ ਹੈ ਜਿਹੜੇ ਨਾਰਾਇਣ ਅਕਾਲ ਪੁਰਖ ਪਰਮਾਤਮਾ ਦੇ ਭਾਣੇ 'ਚ ਰਹਿ ਕੇ ਮਾਣਾਂਗੇ। ਉਹਨਾਂ ਰੰਗਾਂ ਦਾ ਆਨੰਦ ਹੈ। ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ, ਭਾਣੇ ਦੇ ਵਿੱਚ ਰਹਿ ਕਰਕੇ। ਅਥਵਾ ਪ੍ਰਾਣੀ ਉਹੀ ਰੰਗ ਮਾਣਦਾ ਹੈ ਜੋ ਪ੍ਰਭੂ ਪਰਮਾਤਮਾ ਨੂੰ ਭਾਉਂਦਾ ਹੈ ਕਿ ਇਹ ਰੰਗ ਇਹ ਮਾਣ ਲਵੇ। ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ। ਜਿਤਨੇ ਕੋ ਮਨ ਵਿੱਚ ਭਾਉਂਦੇ ਹਨ ਉਹ ਸਾਰੇ ਪ੍ਰਭੂ ਪਰਮਾਤਮਾ ਦੇ ਰੰਗ ਹਨ। ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ। ਜੋ ਹਰ ਲੋੜੇ, ਸਾਡੀ ਕੋਈ ਮਰਜ਼ੀ ਨਹੀਂ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ। ਜੋ ਉਹਨੂੰ ਭਾਉਂਦਾ ਹੈ ਉਹ ਕਰਾ ਰਿਹਾ ਹੈ ਸਤਸੰਗਤ ਜੀ। ਤੇ ਇੱਥੇ ਢਿੱਗੀ ਨਹੀਂ ਢਾ ਲੈਣੀ ਚਾਹੀਦੀ। ਢਿੱਗੀ ਢਾਉਣ ਤੋਂ ਭਾਵ ਕਿ ਆਪਾਂ ਕਹੀਏ ਕਿ ਭਾਈ ਮੇਰੇ ਕੋ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਇਹ ਤੇ ਪ੍ਰਭੂ ਪਰਮਾਤਮਾ ਨੂੰ ਭਾਉਂਦਾ ਹੀ ਆ ਨਾ। ਨਹੀਂ ਭਾਈ, ਮੈਂ ਅਜੇ ਨਸ਼ੇ ਨਹੀਂ ਛੱਡੇ, ਇਹ ਤੇ ਪ੍ਰਭੂ ਪਰਮਾਤਮਾ ਨੂੰ ਭਾਉਂਦਾ ਹੀ ਆ ਨਾ। ਨਹੀਂ ਭਾਈ, ਮੈਂ ਅਜੇ ਗੁਰੂ ਵਾਲਾ ਨਹੀਂ ਬਣਿਆ, ਅੰਮ੍ਰਿਤ ਨਹੀਂ ਛਕਿਆ, ਇਹ ਤੇ ਪ੍ਰਭੂ ਪਰਮਾਤਮਾ ਨੂੰ ਭਾਉਂਦਾ ਹੀ ਆ ਨਾ। ਨਹੀਂ ਭਾਈ, ਇਹ ਸਾਡਾ ਆਲਸ ਹੈ, ਸਾਡੀ ਕਮਜ਼ੋਰੀ ਹੈ, ਸਾਡਾ ਦਲਿੱਦਰ ਹੈ। ਇਹ ਨਹੀਂ ਜੇ ਭਾਉਂਦਾ ਪ੍ਰਭੂ ਪਰਮਾਤਮਾ ਨੂੰ, ਇਹ ਸਾਡੀ ਕਮਜ਼ੋਰੀ ਹੈ। ਗੁਰਮੁਖੋ, ਉਹ ਉਹੀ ਕਰਾਉਂਦਾ ਹੈ ਜੋ ਉਹਨੂੰ ਭਾਉਂਦਾ ਹੈ। ਤੇ ਆਪਾਂ ਤਰਲਾ ਕਿਉਂ ਨਹੀਂ ਲੈਂਦੇ? ਆਪਾਂ ਤਰਲਾ ਲਈਏ, ਸੱਚੇ ਪਾਤਸ਼ਾਹ ਸਾਨੂੰ ਸਿੱਖੀ ਬਖਸ਼, ਸਾਡੀ ਮੁਕਤੀ ਕਰਦੇ ਨਸ਼ਿਆਂ ਤੋਂ। ਸੱਚੇ ਪਾਤਸ਼ਾਹ ਅਸੀਂ ਬਾਣੀ ਬਾਣੇ ਦੇ ਨਾਲ ਜੁੜ ਜਾਈਏ। ਤਰਲਾ ਲਵਾਂਗੇ ਨਾ ਤੇ ਉਹ ਫਿਰ ਉਹੀ ਰੰਗ ਕਰਾਵੇਗਾ ਜੋ ਉਹਨੂੰ ਭਾਉਂਦਾ ਹੈ। ਸੰਗਤ 'ਚ ਬੈਠਣ ਦਾ ਸਮਾਂ ਮਿਲ ਜਾਵੇਗਾ, ਬਾਣੀ ਪੜਨ ਸੁਣਨ ਨੂੰ ਚਿੱਤ ਕਰੇਗਾ। ਜੋ ਹਰ ਲੋੜ ਹੈ ਸੋ ਕਰੇ ਸੋਈ ਜੀਅ ਕਰਨ। ਉਹਦੇ ਹੁਕਮ ਦੇ ਵਿੱਚ ਜੋ ਉਹਨੂੰ ਭਾਉਂਦਾ ਹੈ ਫਿਰ ਉਹ ਆਪਣੇ ਪਿਆਰਿਆਂ ਤੋਂ ਕਰਵਾਉਂਦਾ ਹੈ ਜੀ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਸਤਸੰਗਤ ਜੀ, ਉਹ ਧੰਤਾ ਯੋਗ ਹਨ। ਆਪਣੇ ਬਣਾ ਲਿਆ ਭਾਈ, ਆਪਣੇ। ਸੀਸ ਦੀ ਮੰਗ ਕੀਤੀ ਹੈ ਕਲਗੀਧਰ ਪਾਤਸ਼ਾਹ ਜੀ ਨੇ। ਗੁਰਮੁਖੋ, ਸੀਸ ਦਿੱਤਾ ਤੇ ਪ੍ਰਭੂ ਪਰਮਾਤਮਾ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਬਣ ਗਏ। ਪਿਆਰੇ ਭਾਵ ਕੇ ਜਿਨ੍ਹਾਂ ਦੇ ਨਾਲ ਅਤੀ ਪਿਆਰ ਹੈ, ਪੰਜ ਪਿਆਰੇ, ਤੇ ਹਮੇਸ਼ਾ ਹੀ ਧੰਤਾ ਦੇ ਯੋਗ ਹਨ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ। ਰਹਿੰਦੀ ਦੁਨੀਆ ਤੱਕ ਉਹਨਾਂ ਦੀ ਵਡਿਆਈ ਹੋਵੇਗੀ ਸਤਸੰਗਤ ਜੀ, ਰਹਿੰਦੀ ਦੁਨੀਆ ਤੱਕ। ਕਿਉਂਕਿ ਪ੍ਰਭੂ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਬਣਾ ਲਿਆ। ਆਪਾਂ ਵੀ ਤਰਲਾ ਲਈਏ, ਸਤਿਗੁਰੂ ਸਾਨੂੰ ਵੀ ਆਪਣੇ ਬਣਾ ਲਓ, ਅਸੀਂ ਵੀ ਬਾਣੀ ਬਾਣੇ ਦੇ ਧਾਰਨੀ ਬਣ ਜਾਈਏ, ਅਸੀਂ ਵੀ ਨਾਮ ਜਪਣਾ ਆਰੰਭ ਕਰ ਦਈਏ। ਆਪਣੇ ਬਣਾ ਲਓ ਸਾਨੂੰ। ਤੇ ਜਿਸ ਦਿਨ ਆਪਣੇ ਬਣਾ ਲਿਆ ਫਿਰ ਧੰਤਾ ਦੇ ਯੋਗ ਬਣ ਗਏ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਗੁਰਮੁਖੋ, ਰਹਿੰਦੀ ਦੁਨੀਆ ਤੱਕ ਉਹਨਾਂ ਦੀ ਧੰਤਾ, ਉਹਨਾਂ ਦੀ ਵਡਿਆਈ ਹੁੰਦੀ ਰਹੇਗੀ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਓ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਦਾ ਹੀ ਉਹਨਾਂ ਨੂੰ ਨਮਸਕਾਰ ਹੈ, ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਆਪਣੇ ਬਣਾ ਲਿਆ ਹੈ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ। ਉਹ ਧੰਨ ਹਨ, ਉਹਨਾਂ ਦੀ ਵਡਿਆਈ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ। ਤੇ ਆਪਾਂ ਕਿਉਂ ਨਹੀਂ ਤਰਲਾ ਲੈਂਦੇ ਭਾਈ? ਆਪਾਂ ਕਿਉਂ ਨਹੀਂ ਤਰਲਾ ਲੈਂਦੇ? ਸਤਿਗੁਰੂ ਜੀ ਸਾਨੂੰ ਵੀ ਆਪਣੇ ਬਣਾਓ ਜੀ। ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਾਨਾ।
ਸਤ ਸੰਗਤ ਜੀ, ਜੇ ਸਾਡੀ ਆਪਣੀ ਮੱਤ ਚੱਲਦੀ ਹੁੰਦੀ ਨਾ, ਸਾਡੀਆਂ ਚਤੁਰਾਈਆਂ ਚੱਲ ਜਾਂਦੀਆਂ, ਸਾਡੀ ਮਾਇਆ ਚੱਲ ਜਾਂਦੀ, ਤੇ ਅਸੀਂ ਵਿਛੋੜਾ ਕਦੀ ਪੈਣ ਹੀ ਨਹੀਂ ਸੀ ਦੇਣਾ। ਅਸੀਂ ਤੇ ਰੱਬ ਖਰੀਦ ਕੇ ਆਪਣੇ ਕੋਲ ਰੱਖ ਲੈਣਾ ਸੀ। ਨਹੀਂ ਭਾਈ, ਇੱਥੇ ਸਾਡਾ ਜ਼ੋਰ ਨਹੀਂ, ਸਾਡੀ ਚਤੁਰਾਈ ਨਹੀਂ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰਵਨ। ਜੇ ਆਪਣਾ ਲਿਆ ਮਿਲ ਜਾਂਦਾ ਤੇ ਭਾਈ ਫਿਰ ਵਿਛੋੜਾ ਕਿਉਂ ਪੈਂਦਾ? ਫਿਰ ਵਿਛੋੜਾ ਨਹੀਂ ਸੀ ਪੈਣਾ। ਇਸ ਕਰਕੇ ਗੁਰਮੁਖੋ, ਕਿਰਪਾ ਗੁਰੂ ਦੀ ਵਰਤਣੀ ਹੈ, ਗੁਰੂ ਦੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ ਤੇ ਤਾਂ ਮਿਲਾਪ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਗੱਲ ਬਣਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਜੁੜਨਾ ਅਤੀ ਜ਼ਰੂਰੀ ਹੈ, ਆਪ ਜੀ ਨੇ ਸਮਝਾਇਆ ਹੈ। ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜਨਾ ਹੈ, ਇਹ ਵੀ ਸਾਨੂੰ ਸਮਝ ਆ ਗਈ। ਹਰੀ ਪ੍ਰਮਾਤਮਾ ਦੇ ਨਾਲ ਜੁੜਨਾ ਹੈ, ਇਹ ਵੀ ਸਾਨੂੰ ਸਮਝ ਆ ਗਈ। ਸਤਿਗੁਰੂ ਜੀ ਤੁਸੀਂ ਸਮਝਾਇਆ, ਤੁਸੀਂ ਸਮਝਾਉਣਾ ਕੀਤਾ ਹੈ ਬਾਣੀ ਦੇ ਦੁਆਰਾ। ਸਤਿਗੁਰੂ ਜੀ ਹੁਣ ਕਿਰਪਾ ਕਰੋ ਕਿ ਜੁੜਿਆ ਕਿਸ ਤਰ੍ਹਾਂ ਜਾਵੇ, ਕੌਣ ਜੋੜੇਗਾ, ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਸਾਧ ਨਾਮ ਨਿਰਮਲ ਤਾਂ ਕੇ ਕਰਮ। ਜਿਨ੍ਹਾਂ ਦੇ ਕਰਮ ਨਿਰਮਲ ਹਨ ਉਹ ਸਾਧ ਹਨ। ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹ ਸਾਧ ਹਨ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਦੀ ਸੰਗਤ ਕਰੋ ਗੁਰਮੁਖੋ, ਸੰਗਤ। ਕਿਉਂ? ਕਿਉਂਕਿ ਉਹਨਾਂ ਦੇ ਦੁਆਰਾ ਉਪਦੇਸ਼ ਨੂੰ ਸੁਣ ਕਰਕੇ, ਮਨ ਕਰਕੇ ਅਸੀਂ ਵੀ ਪ੍ਰਮਾਤਮਾ ਦੇ ਨਾਲ ਜੁੜ ਸਕਦੇ ਹਾਂ। ਸਾਧੂ ਸੰਗ ਪ੍ਰਾਪਤੇ ਸਾਨੂੰ ਵੀ ਪ੍ਰਾਪਤੀ ਹੋ ਸਕਦੀ ਹੈ। ਨਾਨਕ ਰੰਗ ਮਨਨ। ਅਕਾਲ ਪੁਰਖ ਪ੍ਰਮਾਤਮਾ ਦੇ ਕੌਤਕਾਂ ਦਾ ਰੰਗ ਅਸੀਂ ਵੀ ਮਾਣ ਸਕਦੇ ਹਾਂ। ਤਰਲਾ ਲਈਏ ਜਿਨ੍ਹਾਂ ਨੇ ਮਾਣਿਆ ਹੋਇਆ ਹੈ, ਭੁਲੇਖੇ 'ਚ ਨਹੀਂ ਪੈਣਾ। ਗੁਰਬਾਣੀ ਦੇ ਵਿੱਚ ਸਮਝਾਇਆ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਜਿਹਦੇ ਕਰਮ ਨਿਰਮਲ ਹਨ, ਜਿਹਨੂੰ ਸਾਸ ਗਰਾਸ ਪ੍ਰਭੂ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ, ਉਹ ਸਾਧੂ ਹੈ ਤੇ ਉਹਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਰੰਗ ਨੂੰ ਮਾਣਿਆ ਜਾ ਸਕਦਾ ਹੈ। ਅਥਵਾ ਸਾਧੂ ਸੰਗ ਪ੍ਰਾਪਤੇ। ਸੰਗਤ ਦੇ ਵਿੱਚ ਆ ਕੇ ਬੈਠਣ ਦੇ ਨਾਲ ਕਿਰਪਾ ਹੁੰਦੀ ਹੈ ਗੁਰਮੁਖੋ। ਉਦਮ ਕੀਤਾ, ਸੰਗਤ ਦੇ ਵਿੱਚ ਆਏ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣਿਆ, ਬਾਣੀ ਪੜ੍ਹੀ, ਨਾਮ ਜਪਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਕਿਰਪਾ ਹੁੰਦੀ ਹੈ। ਇਹਦੇ ਨਾਲ ਕੀ ਹੁੰਦਾ ਹੈ? ਨਾਨਕ ਰੰਗ ਮਨਨ। ਅਕਾਲ ਪੁਰਖ ਪ੍ਰਮਾਤਮਾ ਦੇ ਰੰਗ ਮਾਨਣ ਦਾ ਸੁਭਾਗਾ ਸਮਾਂ ਮਿਲ ਜਾਂਦਾ ਹੈ। ਸੰਗਤ ਦੇ ਵਿੱਚ ਆਏ, ਪ੍ਰਭੂ ਪ੍ਰਮਾਤਮਾ ਦੀ ਵਡਿਆਈ ਸੁਣੀ, ਵਡਿਆਈ ਸੁਣੀ ਹੈ ਪ੍ਰਭੂ ਪਰਮਾਤਮਾ ਦੀ, ਤੇ ਫਿਰ ਪ੍ਰੇਮ ਪੈਦਾ ਹੁੰਦਾ ਹੈ ਅੰਦਰ। ਕਿ ਹਰ ਰੋਜ਼ ਗੁਰਮੁਖੋ ਐਸੇ ਕਈ ਗੁਰਮੁਖ ਪਿਆਰੇ ਜਿਹੜੇ ਪਹਿਲੇ ਦਿਨ ਸੰਗਰਾਂਦ ਵਾਲੇ ਦਿਨ ਗੁਰੂ ਘਰ ਆਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸ਼ਬਦ ਦਾ ਤੀਰ ਮਾਰਿਆ, ਐਸਾ ਹਿਰਦੇ 'ਚ ਤੀਰ ਲੱਗਾ ਕਿ ਉਹ ਸੰਗਰਾਂਦ ਵਾਲੇ ਦਿਨ ਆਏ। ਹੁਣ ਮਨ ਕਰਦਾ ਹੈ ਹਰ ਰੋਜ਼ ਜਾਇਆ ਕਰੀਏ, ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੀਏ। ਕੀ ਹੋਇਆ ਕਿ ਭਾਈ ਜੇ ਸੰਗਤ 'ਚ ਬੈਠੇ ਤੇ ਤਾਂ ਹੀ ਪ੍ਰਭੂ ਪਰਮਾਤਮਾ ਦੇ ਰੰਗ ਮਾਨਣ ਦਾ ਜੋ ਸੁਭਾਗਾ ਸਮਾਂ ਹੈ ਉਹ ਮਿਲਿਆ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਉਦਮ ਕਰਨਾ ਪਵੇਗਾ, ਗੁਰੂ ਘਰ ਆ ਕਰਕੇ ਤਰਲਾ ਲੈਣਾ ਪਵੇਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਤਿਆਰੀ ਤਾਂ ਕਰੀਏ ਕਿ ਅਸੀਂ ਸੁਧਰਨਾ ਹੈ, ਅਸੀਂ ਨਸ਼ੇ ਛੱਡਣੇ ਹਨ, ਅਸੀਂ ਗੁਰੂ ਵਾਲੇ ਬਣਨਾ ਹੈ। ਗੁਰਮੁਖੋ ਇੱਕ ਕਦਮ ਤੁਰੋਗੇ ਤੇ ਕਰੋੜਾਂ ਕਦਮ ਸਤਿਗੁਰੂ ਜੀ ਅੱਗੋਂ ਲੈਣ ਆ ਜਾਂਦੇ ਹਨ। ਗੁਰ ਚਰਨ ਸ਼ਰਨ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਵਡਿਆਈ ਹੈ ਸਤਿਗੁਰੂ ਜੀ ਦੀ, ਇਹ ਬਖਸ਼ਿਸ਼ ਹੈ ਪਰਮਾਤਮਾ ਦੀ, ਤੇ ਇਹਦੇ ਧਾਰਨੀ ਬਣੀਏ। ਪ੍ਰਭੂ ਪਰਮਾਤਮਾ ਦੇ ਰੰਗ ਨੂੰ ਮਾਣਿਆ ਕਰੀਏ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਜਿਹਦੇ ਮੱਥੇ ਦੇ ਭਾਗ ਜਾਗ ਗਏ, ਭਾਗ
ਉਹਦੇ ਲਈ ਇਹ ਜੇਠ ਦਾ ਮਹੀਨਾ ਹਰਿਆ ਭਰਿਆ ਰੰਗਾਂ ਵਾਲਾ, ਖੁਸ਼ੀਆਂ ਖੇੜਿਆਂ ਵਾਲਾ। ਤੇ ਭਾਗ ਕਿਹੜੇ ਹਨ? ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਜਿਹ ਬਿਖਿਆ ਸਗਲੀ ਤਜੀ ਲਿਓ, ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੈ ਭਾਗ। ਉਹਦੇ ਮੱਥੇ ਦੇ ਭਾਗ ਜਾਗ ਗਏ ਜਿਨੇ ਵਿਖਿਆ ਛੱਡ ਦਿੱਤੀ, ਜਿਨੇ ਕੁਰੀਤੀਆਂ ਛੱਡ ਦਿੱਤੀਆਂ। ਭੇਖ ਬੈਰਾਗ ਜਿਹਦੀ ਪ੍ਰੀਤੀ ਸੰਸਾਰ ਵੱਲੋਂ ਟੁੱਟ ਕੇ ਪ੍ਰਮਾਤਮਾ ਦੇ ਨਾਲ ਜੁੜਨੀ ਸ਼ੁਰੂ ਹੋ ਗਈ, ਉਹਦੇ ਭਾਗ ਜਾਗ ਗਏ। ਗੁਰੂ ਘਰ ਆ ਕੇ ਬੈਠੇ, ਸਤ ਸੰਗਤ ਕੀਤੀ, ਨਾਮ ਜਪਿਆ, ਬਾਣੀ ਪੜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਸਮਝੋ ਮੱਥੇ ਦੇ ਭਾਗ ਜਾਗੇ ਹਨ। ਹਰ ਜੇਠ ਰੰਗੀਲਾ ਤਿਸ ਧਣੀ, ਉਹਨਾਂ ਦੇ ਲਈ ਜੇਠ ਦਾ ਮਹੀਨਾ ਰੰਗੀਲਾ ਜੇ। ਗੁਰਮੁਖੋ ਕਹਿੰਦੇ ਫੱਬਦੇ ਨਹੀਂ, ਗੁਰੂ ਦਾ ਸਿੱਖ ਹੋਵੇ ਤੇ ਅੰਮ੍ਰਿਤ ਵੇਲਾ ਸੌਂ ਕੇ ਲੰਘਾ ਦਵੇ, ਉਹਦੇ ਲਈ ਜੇਠ ਦਾ ਮਹੀਨਾ ਕਾਹਦਾ ਰੰਗੀਲਾ ਭਾਈ। ਗੁਰੂ ਦਾ ਸਿੱਖ ਹੋਵੇ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਹੀ ਭੁੱਲ ਜਾਣ, ਉਹਦੇ ਲਈ ਜੇਠ ਦਾ ਮਹੀਨਾ ਕਾਹਦਾ ਰੰਗੀਲਾ। ਗੁਰਮੁਖੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਤੋਂ ਅਜੇ ਵਾਂਝੇ ਫਿਰਦੇ ਹੋਈਏ, ਖੰਡੇ ਬਾਟੇ ਦੀ ਪੌਲ ਲੈ ਕਰਕੇ ਗੁਰੂ ਵਾਲੇ ਨਾ ਬਣੇ ਹੋਈਏ, ਸਿੱਖੀ ਨੂੰ ਸੰਭਾਲਿਆ ਨਾ ਹੋਵੇ। ਸਿੱਖਾਂ ਨੇ ਗੁਰਮੁਖੋ ਆਪਣੀਆਂ ਕੁਰਬਾਨੀਆਂ ਦੇ ਕਰਕੇ ਸਿੱਖੀ ਸੰਭਾਲ ਲਈ ਸੀ। ਸਾਡੇ ਕੋ ਤਾਂ ਹੁਣ ਸੁੱਖਾਂ ਦੇ ਵਿੱਚ ਵੀ ਨਹੀਂ ਸੰਭਾਲੀ ਜਾਂਦੀ। ਅਸੀਂ ਸਾਬਤ ਸੂਰਤ ਨਾ ਹੋਏ ਹੋਈਏ ਤੇ ਕਾਹਦਾ ਜੇਠ ਦਾ ਮਹੀਨਾ ਸਾਡੇ ਰੇ ਰੰਗੀਲਾ ਹੈ। ਗੁਰਮੁਖੋ ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਸਤਿਗੁਰੂ ਜੀ ਦੇ ਚਰਨਾਂ 'ਚ ਮੱਥਾ ਲਾਈਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਸਾਡੀ ਮਤ ਨਹੀਂ ਤੁਹਾਡੀ, ਹੁਣ ਸਾਡਾ ਮਨ ਨਹੀਂ ਤੁਹਾਡਾ ਹੋ ਗਿਆ ਹੈ। ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਭਾਗ ਜਾਗ ਪੈਣਗੇ ਤੇ ਜੇਠ ਦਾ ਮਹੀਨਾ ਭਾਗਾਂ ਵਾਲਾ, ਖੁਸ਼ੀਆਂ ਭਰਿਆ ਖੇੜਿਆਂ ਵਾਲਾ ਹੋ ਜਾਵੇਗਾ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ। ਸਤਿਗੁਰੂ ਜੀ ਕਿਰਪਾ ਕਰੋ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਾਦੇ ਰਾਖੇ ਆਪ ਵਾਹਿਗੁਰੂ, ਤਾਂ ਜੋ ਆਪ ਜੀ ਦੇ ਸ਼ਬਦ ਨੂੰ ਸਮਝ ਕਰਕੇ ਸੇਵਾ ਕਰ ਸਕੀਏ ਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ